ਔਰ ਤੇਰੇ ਵਾਲਿਦ ਸਾਹਿਬ ਉਸ ਵਕਤ ਮੇਰੇ ਦੋਸਤ ਬਣੇ ਸਨ। ਉਸ ਵਕਤ ਉਹ ਕਾਰੋਬਾਰੀ ਨਹੀਂ ਸਨ, ਉਹ ਵੀ ਇੱਕ ਆਮ ਮਜ਼ਦੂਰ ਸਨ। ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਨਹੀਂ ਕਰਾਇਆ ਕਿ ਤੁਹਾਡੇ ਵਾਲਿਦ ਸਾਹਿਬ ਨਾਲ ਮੇਰਾ ਰਿਸ਼ਤਾ ਸੀ, ਔਰ ਉਹ ਤਾਂ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਹੁਣ ਮੇਰਾ ਤੁਹਾਡਾ ਕੀ ਤਲਕ ਰਿਹਾ। ਇਹ ਗੱਲ ਉਹਨਾਂ ਕਦੀ ਮਹਿਸੂਸ ਨਹੀਂ ਸੀ ਹੋਣ ਦਿੱਤੀ। ਸਿਆਣਿਆਂ ਕੋਲੋਂ ਸੁਣਿਆ, ਦੀਨ ਦੇ ਸਿਆਣਿਆਂ ਕੋਲੋਂ, ਕਿ ਜਿਨ੍ਹਾਂ ਦੀ ਔਲਾਦ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੀ ਏ, ਉਹਨਾਂ ਵਾਸਤੇ ਇਸਾਲੇ ਸਵਾਬ ਕਰਦੇ ਏ, ਉਹਨਾਂ ਵਾਸਤੇ ਹਰ ਵਕਤ ਦੁਆਵਾਂ ਦਾ ਅਹਿਤਮਾਮ ਕਰਦੇ ਏ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਔਰ ਅੱਲਾਹ ਤਾਲਾ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਡੇਰੇ ਪਾ ਦੇਵੇ। ਆਮੀਨ ਸੁਮਾ ਆਮੀਨ। ਪਿਛਲੀ ਵੀਡੀਓ ਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਸਾਡੇ ਨਹਾਇਤ ਹੀ ਕਰੀਬੀ, ਸਾਡੇ ਵਾਲਿਦ ਸਾਹਿਬ ਦੇ ਦੋਸਤ ਮੀਆਂ ਮੁਹੰਮਦ ਸ਼ਫੀ ਅੰਸਾਰੀ ਦੁਨੀਆ ਤੋਂ ਰੁਖਸਤ ਹੋ ਗਏ। ਉਹਨਾਂ ਦੇ ਬਾਰੇ 'ਚ ਤੁਹਾਡੇ ਨਾਲ ਚੰਦ ਇੱਕ ਗੱਲਾਂ ਸ਼ੇਅਰ ਕਰਨੀਆਂ ਸਨ, ਲੇਕਿਨ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਤੇ ਅਗਰ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ, ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਅੱਜ ਹਾਜੀ ਮੀਆਂ ਮੁਹੰਮਦ ਸ਼ਫੀ ਅੰਸਾਰੀ ਸਾਹਿਬ ਦੇ ਵਫਾਤ ਤੋਂ ਬਾਅਦ ਅੱਜ ਤੀਸਰਾ ਦਿਨ ਹੈ, ਜਿਹਨੂੰ ਤੀਜਾ ਵੀ ਆਂਦੇ ਨੇ, ਔਰ ਅੱਜ ਉਹਨਾਂ ਦੇ ਕੁਲ ਸ਼ਰੀਫ ਦੀ ਮਹਿਫਲ ਵੀ ਸਜਾਈ ਜਾ ਰਹੀ ਹੈ। ਉਹਦੇ 'ਚ ਸ਼ਿਰਕਤ ਕਰਨ ਵਾਸਤੇ ਮੈਂ ਜਾ ਰਿਹਾ ਵਾਂ, ਔਰ ਸੋਚਿਆ ਕਿ ਤੁਹਾਡੇ ਨਾਲ ਉਹਨਾਂ ਦੇ ਜ਼ਿੰਦਗੀ ਦੇ ਚੰਦ ਜਿਹੜੇ ਅਯਾਮ ਗੁਜ਼ਰੇ ਸਾਡੇ ਬਜ਼ੁਰਗਾਂ ਦੇ ਨਾਲ, ਉਹ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਚੰਦ ਕੀ ਸਾਰੀ ਜ਼ਿੰਦਗੀ ਗੁਜ਼ਰੀ, ਔਰ ਉਹਨਾਂ ਨੇ ਇੱਕ ਦੂਸਰੇ ਦੇ ਨਾਲ ਇੰਨੀ ਮੁਹੱਬਤ, ਇੰਨੀ ਉਲਫਤ ਰੱਖੀ, ਇੰਨਾ ਪਿਆਰ ਇੱਕ ਦੂਜੇ ਦੇ ਨਾਲ ਕੀਤਾ ਕਿ ਹਰ ਖੁਸ਼ੀ ਗਮੀ ਦੇ ਵਿੱਚ ਉਹ ਇੱਕ ਦੂਜੇ ਦੇ ਨਾਲ ਸ਼ਾਮਲ ਰਹਿੰਦੇ ਸਨ। ਕਾਰੋਬਾਰੀ ਅਗਰ ਗੱਲ ਹੋਵੇ ਤੇ ਵੀ ਆਪਸ ਵਿੱਚ ਮਸ਼ਵਰਾ ਕਰਦੇ ਸਨ, ਔਰ ਮੁਤਫਿਕ ਹੁੰਦੇ ਹਨ ਇੱਕ ਦੂਜੇ ਦੀ ਗੁਫ਼ਤਗੂ ਤੇ। ਦੁਨੀਆਦਾਰੀ ਦਾ ਹਿਸਾਬ ਨਾਲ ਬੜੇ ਉਤਾਰ ਚੜਾਓ ਆਏ, ਲੇਕਿਨ ਜ਼ਮਾਨਾ ਇਹਨਾਂ ਨੂੰ ਵੱਖ ਨਾ ਕਰ ਸਕਿਆ। ਕਈ ਐਸੇ ਮਾਮਲਾਤ ਵੀ ਹੋਏ ਕਾਰੋਬਾਰੀ ਤੌਰ ਤੇ ਕਿ ਜਿਹਦੇ ਵਿੱਚ ਨੁਕਸਾਨ ਵੀ ਹੋਏ, ਲੇਕਿਨ ਉਸ ਦੇ ਬਾਵਜੂਦ ਇਹ ਇੱਕ ਦੂਸਰੇ ਦੀ ਗੱਲ ਨੂੰ ਬਰਦਾਸ਼ਤ ਕਰਦੇ ਸਨ। ਨੁਕਸਾਨ ਵੀ ਜਿਹੜੇ ਹੁੰਦੇ ਸਨ ਉਹ ਵੀ ਬਰਦਾਸ਼ਤ ਕਰਦੇ ਸਨ। ਇਹਨਾਂ ਦਾ ਆਪਸ ਵਿੱਚ ਤਲਕ ਬਣਿਆ ਸੀ, ਔਰ ਇੰਨੀ ਇੱਕ ਦੂਜੇ ਦੇ ਨਾਲ ਮੁਹੱਬਤ ਰੱਖਦੇ ਸਨ। ਇੱਕ ਦਫਾ ਮੈਂ ਉਹਨਾਂ ਕੋਲ ਬੈਠਾ ਸੀ, ਚਾਚਾ ਜੀ ਮੁਹੰਮਦ ਸ਼ਫੀ ਸਾਹਿਬ ਕੋਲ, ਤੇ ਉਹਨਾਂ ਮੈਨੂੰ ਆਪਣੀ ਬਚਪਨ ਦੀ ਗੱਲ ਸੁਣਾਈ ਇੱਕ। ਉਹ ਗੱਲ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਵਾਂ। ਉਹ ਗੱਲ ਕੀ ਸੀ ਕਿ ਜਦੋਂ ਪਾਕਿਸਤਾਨ ਬਣਿਆ ਤੇ ਇਹ ਹਿਜਰਤ ਕਰਕੇ ਪਾਕਿਸਤਾਨ ਆਏ ਸਨ। ਇਹ 8 ਭਾਈ ਸਨ, ਔਰ ਸਾਰੇ ਪਾਕਿਸਤਾਨ ਆਏ ਵਾਲਦੈਨ ਸਮੇਤ। ਤੇ ਇਹਨਾਂ ਦਾ ਪਹਿਲਾ ਜਿਹੜਾ ਪੜਾਅ ਹੋਇਆ ਸੀ ਉਹ ਲਾਹੌਰ ਵਾਲਟਨ ਹੋਇਆ ਸੀ। ਉੱਥੋਂ ਫਿਰ ਜਦੋਂ ਥੋੜੇ ਵੱਡੇ ਹੋਏ ਤੇ ਫਿਰ ਇਹ ਸਾਡੇ ਸ਼ਹਿਰ ਗੱਖੜ ਆਏ ਤੇ ਉਹਨਾਂ ਦੱਸਿਆ ਕਿ ਸਾਡੇ ਨਾਲ ਗੱਖੜ ਦੇ ਲੋਕਾਂ ਨੇ ਬੜੀ ਮੁਹੱਬਤ ਕੀਤੀ, ਬੜੀ ਚਾਹਤ ਕੀਤੀ, ਔਰ ਤੇਰੇ ਵਾਲਿਦ ਸਾਹਿਬ ਉਸ ਵਕਤ ਮੇਰੇ ਦੋਸਤ ਬਣੇ ਸਨ। ਉਸ ਵਕਤ ਉਹ ਕਾਰੋਬਾਰੀ ਨਹੀਂ ਸਨ, ਉਹ ਵੀ ਇੱਕ ਆਮ ਮਜ਼ਦੂਰ ਸਨ, ਲੇਕਿਨ ਉਹਨਾਂ ਨੇ ਜਿਹੜੀ ਸਾਡੇ ਨਾਲ ਚਾਹਤ ਕੀਤੀ, ਮੁਹੱਬਤ ਕੀਤੀ, ਜਾਂ ਸਾਡੇ ਨਾਲ ਜਿਹੜਾ ਤਾਵਨ ਕੀਤਾ, ਉਹ ਅੱਜ ਤੱਕ ਬਰਕਰਾਰ ਹੈ।
ਉਹਦੇ 'ਚ ਦਰਾੜ ਨਹੀਂ ਪਈ। ਉਹਦੇ 'ਚ ਅੱਜ ਤੱਕਰ ਕਦੀ ਇਸ ਤਰ੍ਹਾਂ ਦਾ ਵੀ ਕੰਮ ਨਹੀਂ ਹੋਇਆ ਕਿ ਅਸੀਂ ਇੱਕ ਦਿਨ ਵੀ ਕਿਸੇ ਨਾਲ ਨਾਰਾਜ਼ ਹੋਏ ਹੋਈਏ। ਅਗਰ ਕੋਈ ਕਾਰੋਬਾਰੀ ਤੌਰ ਤੇ ਕੋਈ ਊਚ ਨੀਚ ਹੋ ਗਈ ਏ, ਤੇ ਉਹ ਵੀ ਅਸੀਂ ਇੱਕ ਦੂਜੇ ਨਾਲ ਬਰਦਾਸ਼ਤ ਕਰਦੇ ਰਹੇ ਹਾਂ। ਸਮਝ ਲਓ ਕਿ ਕਿੰਨਾ ਅਰਸਾ ਹੋ ਗਿਆ ਅੱਜ ਮੇਰੇ ਵਾਲਿਦ ਸਾਹਿਬ ਨੂੰ ਫੌਤ ਹੋਇਆ 16 ਸਾਲ ਹੋ ਗਏ ਨੇ। ਲੇਕਿਨ ਇਹਨਾਂ 16 ਸਾਲਾਂ ਦੇ ਵਿੱਚ ਵੇਖਿਆ ਸਾਂ, ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਨਹੀਂ ਕਰਾਇਆ ਕਿ ਤੁਹਾਡੇ ਵਾਲਿਦ ਸਾਹਿਬ ਨਾਲ ਮੇਰਾ ਰਿਸ਼ਤਾ ਸੀ ਔਰ ਉਹ ਤੇ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਹੁਣ ਮੇਰਾ ਤੁਹਾਡਾ ਕੀ ਤਲਕ ਰਿਹਾ। ਇਹ ਗੱਲ ਉਹਨਾਂ ਕਦੀ ਮਹਿਸੂਸ ਨਹੀਂ ਸੀ ਹੋਣ ਦਿੱਤੀ। ਦੋਸਤੋ, ਗੱਲਾਂ ਤੇ ਬੜੀਆਂ ਜ਼ਿਆਦਾ ਨੇ, ਲੇਕਿਨ ਹੁਣ ਫੁੱਲਾਂ ਦੀ ਮਹਿਫਲ ਦਾ ਵੀ ਤਕਰੀਬਨ ਟਾਈਮ ਹੋਣ ਵਾਲਾ ਹੈ ਔਰ ਮੈਂ ਚਾਹ ਰਿਹਾ ਕਿ ਅੱਜ ਲਈ ਜਿਹੜੀ ਹੈ ਨਾ, ਜਿੰਨੀ ਕੁ ਗੁਫ਼ਤਗੂ ਕਰ ਲਈਏ ਉਹ ਬਹੁਤ ਹੈ। ਕੁਛ ਗੁਫ਼ਤਗੂ ਫੇਰ ਵਾਸਤੇ ਵੀ ਰੱਖ ਲਈਏ ਤਾਂ ਕਿ ਜਿਹੜੀ ਵੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਜਾਏ ਉਹਨਾਂ ਦੇ ਬਾਰੇ 'ਚ ਉਹ ਅਥੈਂਟਿਕ ਹੋਵੇ, ਅੱਛੀ ਹੋਵੇ ਔਰ ਮਾਲੂਮਾਤੀ ਹੋਵੇ। ਇਸ ਲਈ ਅੱਜ ਲਈ ਇੰਨਾ ਹੀ। ਇਜਾਜ਼ਤ ਦਿਓ। ਤੁਹਾਡੇ ਅੱਗੇ ਇੱਕ ਹੋਰ ਗੁਜ਼ਾਰਿਸ਼ ਹੈ ਕਿ ਸਾਡੇ ਬਜ਼ੁਰਗਾਂ ਨੂੰ ਦੁਆਵਾਂ 'ਚ ਯਾਦ ਰੱਖਿਆ ਜੇ ਤਾਂ ਕਿ ਸਾਡੇ ਬਜ਼ੁਰਗਾਂ ਨੂੰ ਦੀ ਜਿਹੜੀ ਅੱਗੇ ਦੀ ਜ਼ਿੰਦਗੀ ਹੈ ਉਹ ਅੱਛੀ ਗੁਜ਼ਰੇ, ਕਿਉਂਕਿ ਸਿਆਣਿਆਂ ਕੋਲੋਂ ਸੁਣਿਆ, ਦੀਨ ਦੇ ਸਿਆਣਿਆਂ ਕੋਲੋਂ, ਕਿ ਜਿਨ੍ਹਾਂ ਦੀ ਔਲਾਦ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੀ ਏ, ਉਹਨਾਂ ਵਾਸਤੇ ਇਸਾਲੇ ਸਵਾਬ ਕਰਦੀ ਏ, ਉਹਨਾਂ ਵਾਸਤੇ ਹਰ ਵਕਤ ਦੁਆਵਾਂ ਦਾ ihtimam ਕਰਦੇ ਏ ਤੇ ਉਹਨਾਂ ਦੀ ਅਗਲੀ ਜ਼ਿੰਦਗੀ ਜਿਹੜੀ ਹੈ ਬੜੀ ਅੱਛੀ ਗੁਜ਼ਰਦੀ ਹੈ। ਕਿਉਂਕਿ ਮੈਂ ਚਾਹੁੰਦਾ ਵਾਂ ਕਿ ਤੁਸੀਂ ਸਾਰੇ ਵੀ ਇਹ ਲਫ਼ਜ਼ ਬੋਲੋ, ਇਹ ਲਫ਼ਜ਼ ਕਹੋ ਕਿ ਅੱਲਾਹ ਤਾਲਾ ਉਹਨਾਂ ਦੀਆਂ ਆਖਿਰਤ ਦੀਆਂ ਮੰਜ਼ਿਲਾਂ ਆਸਾਨ ਕਰੇ, ਨਬੀ ਪਾਕ ਸੱਲੱਲਾਹੁ अलैहि वसल्लम ਦੀ ਸ਼ਫਾਅਤ ਨਸੀਬ ਫਰਮਾਏ। ਆਮੀਨ ਸੁਮਾ ਆਮੀਨ। ਤੇ ਹੁਣ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਜਿਉਂਦੇ ਰਹੋ, ਵਸਦੇ ਰਹੋ। ਅੱਲਾਹ ਨਿਗਹਿਬਾਨ।